ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਮੈਂ ਇੱਕ ਨਿਮਾਣੀ ਕੋਸ਼ਿਸ਼ ਵਾਹਿਗੁਰੂ ਦੀ ਕਿਰਪਾ ਨਾਲ ਕਰ ਰਹੀ ਹਾਂ ਕਿ ਬਾਬਾ ਬਹਾਦਰ ਸਿੰਘ ਜੀ ਕਾਨਪੁਰ ਵਾਲੇ, ਜੋ ਕਿ ਅੱਜ ਦੇ ਯੁੱਗ ਵਿੱਚ ਬ੍ਰਹਮ ਗਿਆਨੀ ਹੋਏ ਨੇ, ਤੇ ਜਿਨ੍ਹਾਂ ਬਾਰੇ ਆਪਾਂ ਨੂੰ ਬਾਅਦ ਦੇ ਵਿੱਚ ਮੈਨੂੰ ਬਾਅਦ ਵਿੱਚ ਪਤਾ ਲੱਗਿਆ, ਕਾਫੀ ਸੰਗਤਾਂ ਨੇ ਉਹਨਾਂ ਦੇ ਪਹਿਲਾਂ ਵੀ ਦਰਸ਼ਨ ਕੀਤੇ ਸੀ ਜਦੋਂ ਉਹ ਸਰੀਰ ਰੂਪ ਵਿੱਚ ਸੀ, ਤੇ ਉਹਨਾਂ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ, ਤੇ ਜੋ ਉਹਨਾਂ ਦੇ ਆਪਦੇ ਮਨ ਦੇ ਵਿਚਾਰ ਸੀ, ਔਰ ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਬਹੁਤ ਡੂੰਘੇ ਨੇ। ਉਹ ਸਮਝਣ ਦੇ ਲਈ ਸਾਡੀ ਬਹੁਤ ਅਵਸਥਾ ਵੀ ਉੱਚੀ ਪਰਮਾਤਮਾ ਬਣਾਉਣ, ਫੇਰ ਹੀ ਸਮਝ ਸਕਦੇ ਹਾਂ। ਚਲੋ ਖੈਰ, ਮੈਂ ਉਹਨਾਂ ਦੀ ਜੋ ਮੇਰੇ ਕੋਲ ਬੁੱਕ ਉਹਨਾਂ ਦੀ ਜੀਵਨੀ ਬਾਰੇ ਤੇ ਉਹਨਾਂ ਦੇ ਵਿਚਾਰਾਂ ਬਾਰੇ ਹੈ ਹੀ ਹੈ, ਰੂਹ ਰੂਹਾਨੀ। ਇਸ ਬੁੱਕ ਦੇ ਤਕਰੀਬਨ 80-85 ਵਰਕੇ ਹਨ, ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਕੁਛ ਇਹਦੇ ਵਿੱਚੋਂ ਜਿਹੜੇ ਹੈਗੇ ਨੇ, ਇੱਕ ਜਿੱਦਾਂ ਪੂਰਾ ਉਹਨਾਂ ਦਾ ਬਣਾਇਆ ਹੋਇਆ ਲੇਖ ਆ ਉਹਨਾਂ ਦੀ ਜੀਵਨੀ ਬਾਰੇ ਜਾਂ ਉਹਨਾਂ ਦੇ ਵਿਚਾਰਾਂ ਬਾਰੇ, ਮੈਂ ਇਹ ਇੱਕ ਆਡੀਓ ਰੂਪ ਨਾਲ ਆਪਦੇ ਨਾਲ ਸਾਂਝਾ ਕਰ ਸਕਾਂ। ਪਰਮਾਤਮਾ ਬਖਸ਼ਿਸ਼ ਕਰਨ, ਤੇ ਤਾਂ ਕਿ ਕਿਸੇ ਵੀ ਜੀਵ ਮਾਤਰ ਦਾ ਇਹਦੇ ਵਿੱਚ ਫਾਇਦਾ ਹੋ ਸਕੇ, ਕਿ ਇੱਕ ਬ੍ਰਹਮ ਗਿਆਨੀ ਦੇ ਵਿਚਾਰ ਸੁਣਨ ਨੂੰ ਮਿਲੇ ਨੇ, ਕਿ ਉਹਨਾਂ ਦੇ ਮਨ ਨੂੰ ਕੋਈ ਸ਼ਾਂਤੀ ਆ ਸਕੇ। ਸਾਡੇ ਏਕ ਓਂਕਾਰ ਸ਼ਬਦ ਰਤੇ ਪੂਰੇ ਬੈਰਾਗੀ। ਬ੍ਰਹਮ ਗਿਆਨੀ ਬਾਬਾ ਬਹਾਦਰ ਸਿੰਘ ਜੀ ਦੀ ਸੰਖੇਪ ਜੀਵਨੀ। ਜਨਮ ਅਤੇ ਮਾਤਾ ਪਿਤਾ। ਬਾਬਾ ਬਹਾਦਰ ਸਿੰਘ ਜੀ ਦਾ ਜਨਮ ਮਾਰਚ 1923 ਨੂੰ ਪਾਕਿਸਤਾਨ ਵਿੱਚ ਪੈਂਦੇ ਮੁਰਾਲਾ ਪਿੰਡ ਵਿਖੇ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਲਹਿਣਾ ਸਿੰਘ ਜੀ ਸੀ ਅਤੇ ਮਾਤਾ ਜੀ ਦਾ ਨਾਮ ਧਰੋਪਤੀ ਦੇਵੀ ਸੀ। ਪਿਤਾ ਜੀ ਕੱਪੜੇ ਦਾ ਵਪਾਰ ਕਰਦੇ ਸਨ ਅਤੇ ਮਾਤਾ ਜੀ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੀ ਕਥਾ ਕਰਿਆ ਕਰਦੇ ਸਨ। ਮਾਤਾ ਜੀ ਨੂੰ ਸਾਰੇ ਸੰਤ ਮਹਾਤਮਾ ਅਤੇ ਸੰਗਤ ਭਗਤਨੀ ਕਹਿ ਕੇ ਬੁਲਾਉਂਦੇ ਸਨ। ਬਾਬਾ ਜੀ ਦੇ ਮਾਤਾ ਪਿਤਾ ਜੀ ਦੋਵੇਂ ਹੀ ਬਹੁਤ ਸ਼ਾਂਤ ਅਤੇ ਸਰਲ ਸੁਭਾਅ ਦੇ ਸਨ। ਬਾਬਾ ਜੀ ਦਾ ਜਨਮ ਤੋਂ ਕੁਝ ਮਹੀਨਿਆਂ ਬਾਅਦ ਬਿਲਕੁਲ ਸ਼ਾਂਤ ਪੈ ਰਹਿੰਦੇ ਸੀ, ਜਿਸ ਕਰਕੇ ਮਾਤਾ ਜੀ ਨੂੰ ਫਿਕਰ ਹੋਇਆ। ਮੁਰਾਲਾ ਗੁਰਦੁਆਰਾ ਸਾਹਿਬ ਵਿਖੇ ਕਈ ਹੋਰ ਸੰਤ ਮਹਾਤਮਾ ਅਕਸਰ ਆਉਂਦੇ ਰਹਿੰਦੇ ਸਨ। ਉਸ ਸਮੇਂ ਸੰਤ ਬਾਬਾ ਸੁੰਦਰ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਹੀ ਸਨ, ਜਿਨ੍ਹਾਂ ਨੂੰ ਮਾਤਾ ਜੀ ਨੇ ਬਾਬਾ ਜੀ ਦੇ ਇਸ ਤਰ੍ਹਾਂ ਸ਼ਾਂਤ ਪਏ ਰਹਿਣ ਸੰਬੰਧੀ ਬੇਨਤੀ ਕੀਤੀ, ਜਿਸ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤੇ ਕਿ ਇਸ ਦੀ ਫਿਕਰ ਨਾ ਕਰੋ, ਇਹ ਤਾਂ ਸਾਧੂ ਹੋਵੇਗਾ, ਇਸ ਨੂੰ ਚੁੱਕ ਕੇ ਲੈ ਜਾਵੋ। ਬਚਪਨ ਤੇ ਪੜ੍ਹਾਈ। ਬਾਬਾ ਜੀ ਨੇ 5ਵੀਂ ਤੱਕ ਪੜ੍ਹਾਈ ਕੀਤੀ। ਬਾਬਾ ਜੀ ਬਚਪਨ ਤੋਂ ਹੀ ਭਗਤੀ ਸੁਭਾਅ ਦੇ ਸਨ। ਸ਼ੁਰੂ ਤੋਂ ਹੀ ਪ੍ਰਭੂ ਪ੍ਰੇਮ ਇਤਨਾ ਜ਼ਿਆਦਾ ਸੀ ਕਿ ਆਪ ਸਕੂਲ ਤੋਂ ਵਾਪਸ ਆਉਂਦੇ ਹੀ ਬਸਤਾ ਰੱਖ ਕੇ ਗੁਰਦੁਆਰਾ ਸਾਹਿਬ ਨੂੰ ਦੌੜ ਜਾਂਦੇ। ਉੱਥੇ ਸੂਰਜ ਪ੍ਰਕਾਸ਼ ਦੀ ਕਥਾ ਹੋਇਆ ਕਰਦੀ ਸੀ, ਜੋ ਬਾਬਾ ਜੀ ਨੂੰ ਕਹਾਣੀਆਂ ਦੀ ਤਰ੍ਹਾਂ ਚੰਗੀ ਲੱਗਦੀ ਸੀ। ਇਸ ਕਰਕੇ ਉਹ ਹਰ ਰੋਜ਼ ਕਥਾ ਸੁਣਨ ਗੁਰਦੁਆਰਾ ਸਾਹਿਬ ਚਲੇ ਜਾਂਦੇ। ਬਾਬਾ ਜੀ ਆਪ ਵੀ ਫਰਮਾਉਂਦੇ ਸਨ ਕਿ ਜੇਕਰ ਬਚਪਨ ਵਿੱਚ ਹੀ ਧਾਰਮਿਕ ਸਿੱਖਿਆ ਦਿੱਤੀ ਜਾਵੇ ਤਾਂ ਸੋਨੇ ਤੇ ਸੁਹਾਗਾ ਹੈ। ਜੋ ਸੰਸਕਾਰ ਬੱਚੇ ਨੂੰ ਬਚਪਨ ਵਿੱਚ ਹੀ ਦਿੱਤੇ ਜਾਂਦੇ ਹਨ, ਉਹ ਜਲਦੀ ਅੰਦਰੋਂ ਜਾਂਦੇ ਨਹੀਂ ਅਤੇ ਉਹ ਹਿਰਦੇ ਵਿੱਚ ਵਸ ਜਾਂਦੇ ਹਨ, ਕਿਉਂਕਿ ਹਿਰਦਾ ਬਚਪਨ ਵਿੱਚ ਕੋਮਲ ਹੁੰਦਾ ਹੈ। ਕੰਮ ਵੱਲ ਧਿਆਨ। ਬਾਬਾ ਜੀ ਦੇ ਪਿਤਾ ਜੀ ਦੀਆਂ ਅੱਖਾਂ ਦੀ ਰੋਸ਼ਨੀ ਖਰਾਬ ਹੋ ਗਈ ਸੀ, ਜਿਸ ਕਰਕੇ ਧੁੰਦਲਾ ਦਿਖਾਈ ਦੇਣ ਲੱਗਾ। ਵਪਾਰ ਦੇ ਸੰਬੰਧ ਵਿੱਚ ਪੈਸਿਆਂ ਦਾ ਲੈਣ ਦੇਣ ਅਕਸਰ ਹੁੰਦਾ ਰਹਿੰਦਾ ਸੀ। ਪਿਤਾ ਜੀ ਦੀਆਂ ਅੱਖਾਂ ਦੀ ਰੋਸ਼ਨੀ ਠੀਕ ਨਾ ਹੋਣ ਕਰਕੇ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ, ਜਿਸ ਕਰਕੇ ਬਾਬਾ ਜੀ ਨੇ 14-15 ਸਾਲ ਦੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਕ ਵਾਰ ਦੀ ਗੱਲ ਹੈ ਕਿ 2 ਵਿਅਕਤੀ ਬਾਬਾ ਜੀ ਦੇ ਪਿਤਾ ਜੀ ਕੋਲ ਪੈਸੇ ਦੇਣ ਲਈ ਆਏ, ਜਿਸ ਵਿੱਚੋਂ ਇੱਕ ਵਿਅਕਤੀ ਨੇ ਤਾਂ ਪੈਸੇ ਦੇ ਦਿੱਤੇ ਅਤੇ ਪਿਤਾ ਜੀ ਨੇ ਨਾਲ ਆਏ ਦੂਸਰੇ ਵਿਅਕਤੀ ਦਾ ਨਾਮ ਲੈ ਕੇ ਪੁੱਛਿਆ ਕਿ ਉਹ ਨਹੀਂ ਆਇਆ, ਤਾਂ ਪਹਿਲੇ ਵਿਅਕਤੀ ਨੇ ਜਵਾਬ ਦਿੱਤਾ ਕਿ ਉਹ ਵਿਅਕਤੀ ਤਾਂ ਨਹੀਂ ਆਇਆ। ਇਹ ਸੁਣ ਕੇ ਪਿਤਾ ਜੀ ਕਹਿਣ ਲੱਗੇ ਕਿ ਹੁਣੇ ਹੀ ਮੈਂ ਉਸਦੀ ਆਵਾਜ਼ ਸੁਣੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਆਇਆ ਨਹੀਂ। ਇਸ ਤੋਂ ਤੁਰੰਤ ਬਾਅਦ ਉੱਥੇ ਬਾਬਾ ਜੀ ਆ ਗਏ ਤਾਂ ਪਿਤਾ ਜੀ ਨੂੰ ਦੱਸਿਆ ਕਿ ਉਹ ਦੂਸਰਾ ਵਿਅਕਤੀ ਵੀ ਨਾਲ ਆਇਆ ਹੈ ਅਤੇ ਕੋਲ ਹੀ ਬੈਠਾ ਹੈ।
ਇਹ ਦੋਵੇਂ ਵਿਅਕਤੀ ਆਪ ਜੀ ਨੂੰ ਝੂਠ ਬੋਲ ਰਹੇ ਹਨ। ਇਸ ਘਟਨਾ ਨਾਲ ਬਾਬਾ ਜੀ ਦੇ ਦਿਲ ਨੂੰ ਬੜੀ ਸੱਟ ਲੱਗੀ ਕਿ ਪਿਤਾ ਜੀ ਨਾਲ ਇਸ ਤਰ੍ਹਾਂ ਲੋਕਾਂ ਦੁਆਰਾ ਧੋਖਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਭ ਕੰਮਕਾਰ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਆਪ ਸੰਭਾਲਣ ਦਾ ਫੈਸਲਾ ਕੀਤਾ। ਵਿਆਹ ਅਤੇ ਬੱਚੇ। ਬਾਬਾ ਜੀ ਦਾ ਵਿਆਹ 19 ਸਾਲ ਦੀ ਉਮਰ ਵਿੱਚ ਸੰਨ 1942 ਵਿੱਚ ਪਿੰਡ ਖਾਰੀਆਂ, ਜ਼ਿਲ੍ਹਾ ਜੇਹਲਮ, ਪਾਕਿਸਤਾਨ ਵਿਖੇ ਮਾਤਾ ਹਰਨਾਮ ਕੌਰ ਜੀ ਨਾਲ ਹੋਇਆ, ਜੋ ਭਗਤੀ ਸੁਭਾਅ ਵਾਲੇ ਸਨ। ਉਹਨਾਂ ਦੇ ਕੁੱਖੋਂ 5 ਪੁੱਤਰੀਆਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਹਨ ਕੁਲਦੀਪ ਕੌਰ, ਕੁਲਜੀਤ ਕੌਰ, ਜਸਵੀਰ ਕੌਰ, ਭੁਪਿੰਦਰ ਕੌਰ, ਸਵਰਗਵਾਸੀ ਹਰਚਰਨ ਕੌਰ। ਵਪਾਰ ਕਰਨਾ। ਬਾਬਾ ਜੀ ਦੇ ਪਿਤਾ ਜੀ ਵਪਾਰ ਦੇ ਸੰਬੰਧ ਵਿੱਚ ਅਕਸਰ ਭਾਰਤ ਆਇਆ ਕਰਦੇ ਸਨ, ਜਿਸ ਕਰਕੇ ਭਾਰਤ ਨਾਲ ਸੰਬੰਧ ਜੁੜਿਆ। ਬਾਬਾ ਜੀ ਵੀ ਵਪਾਰ ਦੇ ਸੰਬੰਧ ਵਿੱਚ ਆਪਣੇ ਪਿਤਾ ਭਾਈ ਲਹਿਣਾ ਸਿੰਘ ਜੀ ਅਤੇ ਭਰਾ ਮੋਹਨ ਸਿੰਘ ਜੀ ਨਾਲ ਕਾਨਪੁਰ ਦੇ ਨਜ਼ਦੀਕ ਹਥੇਰਨ ਰਹੇ। ਇਸ ਤੋਂ ਬਾਅਦ 1952 ਈਸਵੀ ਦੇ ਲਗਭਗ ਪੱਕੇ ਤੌਰ 'ਤੇ ਆਪਣੇ ਪਰਿਵਾਰ ਸਮੇਤ ਕਾਨਪੁਰ ਆ ਕੇ ਵਸੇਬਾ ਕੀਤਾ, ਜਿੱਥੇ ਬਾਬਾ ਜੀ ਨੇ ਕੱਪੜੇ ਦਾ ਵਪਾਰ ਸ਼ੁਰੂ ਕੀਤਾ ਅਤੇ ਕਿਰਾਏ 'ਤੇ ਲਹਿਣਾ ਸਿੰਘ ਬਹਾਦਰ ਸਿੰਘ ਕਲਾਥ ਮਰਚੈਂਟ ਦੇ ਨਾਮ ਹੇਠ ਇੱਕ ਦੁਕਾਨ ਕੀਤੀ। ਇਸ ਸਭ ਕੁਝ ਦੇ ਨਾਲ ਨਾਲ ਪ੍ਰਭੂ ਭਗਤੀ ਵਿੱਚ ਮਸਤ ਰਹਿੰਦੇ ਸਨ। ਬਾਬਾ ਜੀ ਦੇ ਕਥਨ ਹੱਥ ਘਰ ਵੱਲ ਤੇ ਚਿੱਤ ਯਾਰ ਵੱਲ ਦੇ ਅਨੁਸਾਰ ਅੰਦਰੋਂ ਪਰਮਾਤਮਾ ਨਾਲ ਜੁੜੇ ਰਹਿੰਦੇ ਅਤੇ ਆਪਣਾ ਕਾਰੋਬਾਰ ਵੀ ਵਧੀਆ ਚਲਾਉਂਦੇ। ਬਾਬਾ ਜੀ ਦੁਕਾਨ ਵਿੱਚ ਬੈਠੇ ਬੈਠੇ ਧਾਰਮਿਕ ਕਿਤਾਬਾਂ ਪੜ੍ਹਦੇ ਅਤੇ ਗੁਰਬਾਣੀ ਨਾਲ ਜੁੜੇ ਰਹਿੰਦੇ। ਕਾਨਪੁਰ ਵਿੱਚ ਹੋਲੀ ਦੇ ਦਿਨਾਂ ਵਿੱਚ ਬਾਜ਼ਾਰ 10 ਦਿਨ ਲਈ ਬੰਦ ਰਹਿੰਦਾ ਸੀ, ਜਿਸ ਕਰਕੇ ਬਾਬਾ ਜੀ ਵੱਖ-ਵੱਖ ਤੀਰਥਾਂ ਜਿਵੇਂ ਹਰਿਦੁਆਰ, ਰਿਖੀਕੇਸ਼, ਨਾਨਕ ਝੀਰਾ, ਸਿਮਲਾ, ਹਜ਼ੂਰ ਸਾਹਿਬ, ਅਨੰਦਪੁਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਆਦਿ ਚਲੇ ਜਾਂਦੇ। ਉਹਨਾਂ ਵੱਖ-ਵੱਖ ਤੀਰਥਾਂ 'ਤੇ ਜੋ ਵੀ ਸਾਧੂ ਸੰਤ ਮਿਲਦੇ, ਉਹਨਾਂ ਨੂੰ ਪ੍ਰੇਮ ਭਾਵਨਾ ਨਾਲ ਪੁੱਛਦੇ ਕਿ ਤੁਸੀਂ ਸਾਧੂ ਕਿਉਂ ਬਣੇ ਹੋ, ਤੁਹਾਨੂੰ ਸਾਧੂ ਬਣ ਕੇ ਕੀ ਮਿਲਿਆ ਹੈ। ਆਪਣੀਆਂ ਸਾਰੀਆਂ ਛੁੱਟੀਆਂ ਦਾ ਸਮਾਂ ਆਪਣੀ ਅੰਤਰ ਯਾਤਰਾ ਲਈ ਹੀ ਬਤੀਤ ਕਰਦੇ। ਇਸ ਸਮੇਂ ਦੌਰਾਨ ਬਾਬਾ ਜੀ ਉੱਚੀ ਉੱਚੀ ਬੋਲ ਕੇ ਨਿਤਨੇਮ ਕਰਿਆ ਕਰਦੇ ਸਨ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨਾਲ ਪਹਿਲੀ ਵਾਰ ਮਿਲਾਪ ਹੋਣਾ। ਸਾਲ 1957 ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ ਪਹਿਲੀ ਵਾਰ ਕਾਨਪੁਰ ਕਥਾ ਕਰਨ ਲਈ ਆਏ, ਜਿੱਥੇ ਬਾਬਾ ਜੀ ਅਤੇ ਮਸਕੀਨ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਵਿੱਚ ਮੇਲ ਹੋਇਆ। ਉੱਥੇ ਹੀ ਆਪ ਦੀ ਨੇੜਤਾ ਵਧੀ। ਮਸਕੀਨ ਸਾਹਿਬ ਕਾਨਪੁਰ ਕਥਾ ਕਰਨ ਲਈ ਜਾਂਦੇ ਤਾਂ ਬਾਬਾ ਜੀ ਕੋਲ ਹੀ ਰਹਿੰਦੇ। ਉਹਨਾਂ ਨਾਲ ਹੋਰ ਵੀ ਜਥੇ ਅਤੇ ਸੰਗਤ ਹੁੰਦੀ। ਮਾਤਾ ਜੀ ਸੰਗਤ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ। ਬਾਬਾ ਜੀ ਅਤੇ ਮਸਕੀਨ ਸਾਹਿਬ ਇਕੱਠੇ ਗੰਗਾ ਕਿਨਾਰੇ ਜਾਂਦੇ, ਇਸ਼ਨਾਨ ਕਰਦੇ, ਧਿਆਨ ਕਰਦੇ ਅਤੇ ਆਪਸ ਵਿੱਚ ਗੁਰਬਾਣੀ ਦਾ ਵਿਚਾਰ ਵਟਾਂਦਰਾ ਕਰਦੇ, ਜਿਸ ਦੇ ਨਾਲ ਆਪਸੀ ਪ੍ਰੇਮ ਵੀ ਵੱਧਦਾ ਗਿਆ। ਕਾਨਪੁਰ ਦੀ ਸੰਗਤ ਨੇ ਮਸਕੀਨ ਸਾਹਿਬ ਨੂੰ ਹਰ ਸਾਲ ਉੱਥੇ ਕਥਾ ਕਰਨ ਲਈ ਬੇਨਤੀ ਕੀਤੀ। ਗਿਆਨੀ ਸੰਤ ਸਿੰਘ ਜੀ ਮਸਕੀਨ ਹਰ ਸਾਲ ਕਥਾ ਕਰਨ ਲਈ ਜਾਂਦੇ, ਜਿੱਥੇ ਹੁਣ ਉਸੇ ਤਰ੍ਹਾਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਸਮਾਗਮ ਹੁਣ ਵੀ ਚੱਲਦਾ ਹੈ। ਮਸਕੀਨ ਜੀ ਵੱਲੋਂ ਸੱਦਾ ਪੱਤਰ ਭੇਜਣਾ। ਮਸਕੀਨ ਜੀ ਨੇ ਸਪੁੱਤਰ ਅਮਰਜੀਤ ਸਿੰਘ ਦੇ ਪੈਦਾ ਹੋਣ ਦੀ ਖੁਸ਼ੀ ਵਿੱਚ 1961 ਵਿੱਚ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰਖਵਾਏ, ਜਿਸ ਵਿੱਚ ਬਾਬਾ ਜੀ ਨੂੰ ਆਉਣ ਲਈ ਸੱਦਾ ਪੱਤਰ ਭੇਜਿਆ। ਇਸ 'ਤੇ ਬਾਬਾ ਜੀ ਨੇ ਆਪਣੀ ਪਤਨੀ ਹਰਨਾਮ ਕੌਰ ਜੀ ਨੂੰ ਆਖਿਆ ਕਿ ਮੈਂ ਜ਼ਰੂਰ ਜਾਵਾਂਗਾ। ਇਸ ਦੇ ਨਾਲ ਨਾਲ ਮੈਂ ਉਸ ਮਾਂ ਦੇ ਚਰਨਾਂ ਨੂੰ ਮੱਥਾ ਟੇਕਾਂਗਾ ਜਿਸ ਨੇ ਮਸਕੀਨ ਵਰਗੇ ਸੰਤ ਨੂੰ ਜਨਮ ਦਿੱਤਾ ਹੈ। ਆਪ ਲੀਏ ਲੜ ਲਾਏ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ। ਆਪ ਲਏ ਲੜ ਲਾਏ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ। ਕਿਰਾਏ ਦਾ ਮਕਾਨ। ਬਾਬਾ ਜੀ ਕਾਨਪੁਰ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਅਤੇ ਸਵੇਰੇ ਅਕਸਰ ਧਿਆਨ ਵਿੱਚ ਬੈਠਦੇ ਸਨ। ਆਪ ਜੀ ਦੇ ਅਨੁਸਾਰ ਜੇ ਅੰਮ੍ਰਿਤ ਵੇਲੇ ਪ੍ਰਭੂ ਧਿਆਨ ਵਿੱਚ ਬੈਠਿਆ ਜਾਏ ਤਾਂ ਉਸ ਦੀ ਬਰਕਤ ਨਾਲ ਸਾਰਾ ਦਿਨ ਅੰਦਰ ਮਿੱਠੀ ਮਿੱਠੀ ਯਾਦ ਬਣੀ ਰਹਿੰਦੀ ਹੈ। ਇੱਕ ਵਾਰ ਬਾਬਾ ਜੀ ਦਿਨ ਚੜ੍ਹਦੇ ਤੱਕ ਧਿਆਨ ਵਿੱਚ ਬੈਠੇ ਸਨ ਕਿ ਮਕਾਨ ਮਾਲਕ ਨੇ ਬਾਬਾ ਜੀ ਨੂੰ ਜ਼ੋਰ ਨਾਲ ਆਵਾਜ਼ ਦਿੱਤੀ ਅਤੇ ਬੁਲਾ ਕੇ ਮਕਾਨ ਦੇ ਕਿਰਾਏ ਲਈ ਕਿਹਾ।
ਧਿਆਨ ਵਿੱਚੋਂ ਇਸ ਤਰ੍ਹਾਂ ਉੱਠਣਾ ਬਾਬਾ ਜੀ ਨੂੰ ਚੰਗਾ ਨਾ ਲੱਗਾ ਤੇ ਬਾਬਾ ਜੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ, ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋ ਲਹੇ। ਨਿਸ਼ਚਾ ਕੀਤਾ ਕਿ ਅੱਜ ਹੀ ਬਣਿਆ ਬਣਾਇਆ ਮਕਾਨ ਖਰੀਦ ਲਿਆ ਜਾਵੇ। ਬਾਬਾ ਜੀ ਅਤੇ ਦੁਕਾਨ ਦੇ ਇੱਕ ਮੁਨੀਮ ਨੇ ਏਜੰਟ ਨੂੰ ਮਿਲ ਕੇ ਉਸ ਦਿਨ ਹੀ ਇੱਕ ਖਾਲੀ ਪਲਾਟ ਖਰੀਦ ਲਿਆ ਅਤੇ ਮਕਾਨ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਬਾਬਾ ਜੀ ਦੇ ਇੱਕ ਮਿੱਤਰ ਬਾਬਾ ਅਵਤਾਰ ਸਿੰਘ ਨੇ ਸੰਭਾਲੀ, ਜੋ ਮਸਕੀਨ ਜੀ ਦੇ ਨਾਲ ਆਏ ਜੱਥੇ ਦੀ ਆਪਣੇ ਢਾਬੇ ਤੋਂ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਮਕਾਨ ਬਣਨ ਤੋਂ ਬਾਅਦ ਨਾ ਤਾਂ ਕਦੇ ਆਪ ਕਿਰਾਏ 'ਤੇ ਰਹੇ ਅਤੇ ਨਾ ਹੀ ਕਿਸੇ ਨੂੰ ਆਪਣੇ ਮਕਾਨ ਵਿੱਚ ਕਿਰਾਏਦਾਰ ਰੱਖਿਆ। ਸਿਹਤ ਖਰਾਬ ਹੋਣੀ। ਧਿਆਨ ਵਿੱਚ ਡੁੱਬੇ ਰਹਿਣ ਕਰਕੇ ਬਾਬਾ ਜੀ ਦੇ ਸਵਾਸ 10ਵੇਂ ਦੁਆਰ ਵਿੱਚ ਚੜ੍ਹਨ ਲੱਗੇ, ਜਿਸ ਕਰਕੇ ਸਿਰ ਵਿੱਚ ਖੁਸ਼ਕੀ ਰਹਿਣ ਲੱਗੀ ਅਤੇ ਸਿਹਤ ਵੀ ਕਾਫੀ ਖਰਾਬ ਹੋਣ ਲੱਗੀ, ਜਿਵੇਂ ਚੱਕਰ ਆਉਂਦੇ ਤੇ ਸਿਰ ਭਾਰੀ ਹੋ ਜਾਂਦਾ। ਇਸ ਤਰ੍ਹਾਂ ਸਿਹਤ ਖਰਾਬ ਹੋਣ ਸੰਬੰਧੀ ਡਾਕਟਰ ਨਾਲ ਵੀ ਸਲਾਹ ਮਸ਼ਵਰਾ ਕੀਤਾ। ਜਾਂਚ ਕਰਨ ਤੇ ਡਾਕਟਰ ਨੇ ਕਿਹਾ ਕਿ ਹੁਣ ਪਾਗਲ ਹੋ ਜਾਣਗੇ, ਠੀਕ ਨਹੀਂ ਹੋਣਗੇ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਹਾਂ, ਭੋਲਾ ਵੈਦ ਨਾ ਜਾਣਈ, ਕਰਕ ਕਲੇਜੇ ਮਾਹੇ। ਇਹ ਸੁਣ ਕੇ ਪਰਿਵਾਰ ਚਿੰਤਾ ਵਿੱਚ ਪੈ ਗਿਆ। ਕੁਝ ਦਿਨਾਂ ਬਾਅਦ ਬਾਬਾ ਜੀ ਦੇ ਮਾਤਾ ਜੀ ਦਾ ਸਾਹਮਣਾ ਮਸਕੀਨ ਜੀ ਨਾਲ ਹੋਇਆ ਤਾਂ ਫਿਕਰ ਵਿੱਚ ਡੁੱਬੇ ਮਾਤਾ ਜੀ ਨੇ ਮਸਕੀਨ ਜੀ ਨੂੰ ਕੌੜੀ ਅੱਖ ਨਾਲ ਦੇਖਿਆ ਤੇ ਆਖਿਆ ਕਿ ਤੂੰ ਹੀ ਮੇਰੇ ਪੁੱਤਰ ਨੂੰ ਪਾਗਲ ਬਣਾਇਆ ਹੈ। ਮੇਰੇ ਪੁੱਤਰ ਨੇ ਤੇਰਾ ਕੀ ਵਿਗਾੜਿਆ ਸੀ? ਅੱਗੋਂ ਮਸਕੀਨ ਜੀ ਨੇ ਹੱਥ ਜੋੜ ਕੇ ਕਿਹਾ, ਮਾਤਾ ਜੀ ਮੈਨੂੰ ਅਸੀਸ ਦਿਓ ਕਿ ਪਰਮਾਤਮਾ ਇਸ ਤਰ੍ਹਾਂ ਦਾ ਪਾਗਲਪੁਣਾ ਮੇਰੀ ਝੋਲੀ ਵਿੱਚ ਵੀ ਪਾਵੇ। ਡਾਕਟਰ ਸਾਹਿਬ ਨੇ ਪਰਿਵਾਰ ਵਾਲਿਆਂ ਨੂੰ ਸੁਣਾ ਦਿੱਤੀ ਕਿ ਬਾਬਾ ਜੀ ਨੂੰ ਕੁਝ ਸਮੇਂ ਲਈ ਸ਼ਿਮਲੇ ਲੈ ਜਾਓ। ਇਸ ਸਮੇਂ ਬਾਬਾ ਜੀ ਦੇ ਛੋਟੇ ਭਰਾ ਮੋਹਨ ਸਿੰਘ ਜੀ ਅਤੇ ਪਤਨੀ ਹਰਨਾਮ ਕੌਰ ਜੀ ਬਾਬਾ ਜੀ ਦੇ ਨਾਲ ਸ਼ਿਮਲੇ ਚਲੇ ਗਏ। ਬਾਬਾ ਜੀ ਦੇ ਸਿਰ ਵਿੱਚ ਮੱਖਣ ਰੱਖਦੇ, ਹੱਥਾਂ ਪੈਰਾਂ ਵਿੱਚ ਘਿਓ ਦੀ ਮਾਲਿਸ਼ ਕਰਦੇ, ਬਦਾਮ ਅਤੇ ਖਸਖਸ ਰਗੜ ਕੇ ਦਿੰਦੇ। 1 ਮਹੀਨਾ ਲੰਘ ਜਾਣ ਤੋਂ ਬਾਅਦ ਇੱਕ ਦਿਨ ਬਾਬਾ ਜੀ ਬੈਂਚ ਉੱਤੇ ਲੇਟੇ ਹੋਏ ਸਨ ਤਾਂ ਅਚਨਚੇਤ ਇੱਕ ਮਹਾਤਮਾ ਬਾਬਾ ਜੀ ਕੋਲ ਆਏ ਅਤੇ ਮੌਜੂਦਾ ਹਾਲਾਤਾਂ ਸੰਬੰਧੀ ਬਚਨ ਬਿਲਾਸ ਹੋਣ ਲੱਗੇ। ਮਹਾਤਮਾ ਜੀ ਨੇ ਬਾਬਾ ਜੀ ਨੂੰ ਬਚਨ ਕੀਤਾ ਕਿ ਤੁਸੀਂ ਮਸਤਕ ਦੀ ਜਗ੍ਹਾ ਹਿਰਦੇ ਵਿੱਚ ਧਿਆਨ ਲੈ ਆਓ। ਇਹ ਕਹਿ ਕੇ ਉਹ ਮਹਾਤਮਾ ਚਲੇ ਗਏ, ਫਿਰ ਦੁਬਾਰਾ ਨਹੀਂ ਮਿਲੇ। ਬਾਬਾ ਜੀ ਪਰਿਵਾਰ ਸਮੇਤ ਵਾਪਸ ਕਾਨਪੁਰ ਆ ਗਏ ਤੇ ਹੌਲੀ-ਹੌਲੀ ਸਿਹਤ ਵਿੱਚ ਸੁਧਾਰ ਹੋਣ ਲੱਗਿਆ। ਕਰੀਬ 6 ਮਹੀਨਿਆਂ ਦੇ ਬਾਅਦ ਸਿਹਤ ਪਹਿਲਾਂ ਵਰਗੀ ਠੀਕ ਹੋ ਗਈ। ਇਸ ਸੰਬੰਧੀ ਬਾਬਾ ਜੀ ਬਚਨ ਕਰਿਆ ਕਰਦੇ ਸਨ ਕਿ ਮਸਤਕ ਵਿੱਚ ਧਿਆਨ ਲਾਉਣ ਨਾਲ ਸਵਾਦ ਤਾਂ ਬਹੁਤ ਆਉਂਦਾ ਹੈ, ਪਰ ਸਰੀਰ ਦੀ ਸਾਰੀ ਊਰਜਾ ਇੱਕ ਜਗ੍ਹਾ ਮਸਤਕ ਵਿੱਚ ਇਕੱਠੀ ਹੋ ਜਾਂਦੀ ਹੈ, ਜਿਸ ਨਾਲ ਮਨ ਬੋਝਲ ਹੋ ਜਾਂਦਾ ਹੈ। ਇਸ ਲਈ ਹਮੇਸ਼ਾ ਹਿਰਦੇ ਵਿੱਚ ਧਿਆਨ ਲਗਾਉਣਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਆਉਂਦਾ ਤੇ ਸਵਾਦ ਵੀ ਵਧੇਰੇ ਆਉਂਦਾ ਹੈ। ਪ੍ਰਭੂ ਪ੍ਰਾਪਤੀ 1962 ਵਿੱਚ ਬਾਬਾ ਜੀ ਹਰ ਰੋਜ਼ ਅੰਮ੍ਰਿਤ ਵੇਲੇ ਗੰਗਾ ਕਿਨਾਰੇ ਧਿਆਨ ਸਾਧਨਾ ਲਈ ਜਾਂਦੇ ਅਤੇ ਪੌ ਫੁੱਟਣ ਤੇ ਹੀ ਵਾਪਸ ਘਰ ਆਉਂਦੇ ਸੀ। ਘਰ ਆ ਕੇ ਥੋੜਾ ਆਰਾਮ ਕਰਕੇ ਦੁਕਾਨ ਤੇ ਚਲੇ ਜਾਂਦੇ। ਬਾਬਾ ਜੀ ਨੇ ਦੁਕਾਨ ਤੇ ਇੱਕ ਮੁਨੀਮ ਨੂੰ ਮਦਦ ਲਈ ਰੱਖਿਆ ਹੋਇਆ ਸੀ ਅਤੇ ਹਰ ਪਲ ਆਪ ਪ੍ਰਭੂ ਦੀ ਯਾਦ ਵਿੱਚ ਡੁੱਬੇ ਰਹਿੰਦੇ ਸਨ। ਇੱਕ ਦਿਨ ਦੁਕਾਨ ਵਿੱਚ ਹੀ ਬੈਠੇ ਸਨ ਕਿ ਅਚਨਚੇਤ ਸਮਾਧੀ ਦੀ ਦਸ਼ਾ ਵਾਪਰੀ। ਚਿੱਤ ਰੋਮਾਂਚਿਤ ਹੋ ਗਿਆ, ਆਨੰਦ ਵਰਸ ਗਿਆ, ਸਵਾਦ ਆ ਗਿਆ ਅਤੇ ਇਕਮਿਕਤਾ ਦੀ ਦਸ਼ਾ ਹੋ ਗਈ। ਬਾਣੀ ਨਾਲ ਇਕਮਿਕਤਾ। ਬਾਬਾ ਜੀ ਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਕੀਤੇ ਹੋਏ ਸਨ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ 1-2 ਸ਼ਬਦ ਪੜ੍ਹਦੇ ਤੇ ਇੱਕ ਸ਼ਬਦ ਦਾ ਹੀ ਕਈ ਦਿਨ ਰਸ ਮਾਣਦੇ ਰਹਿੰਦੇ। ਮਾਤਾ ਜੀ ਅਨੁਸਾਰ ਬਾਣੀ ਪੜ੍ਹਦਿਆਂ ਜੇ ਕੋਈ ਵੈਰਾਗ ਵਾਲਾ ਸ਼ਬਦ ਆ ਜਾਂਦਾ ਤਾਂ ਬਾਬਾ ਜੀ ਇਤਨੇ ਵੈਰਾਗ ਵਿੱਚ ਡੁੱਬ ਜਾਂਦੇ ਕਿ ਅੱਥਰੂਆਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਿੱਲੇ ਹੋਣ ਲੱਗ ਜਾਂਦੇ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੈ ਜਿਉ। ਇਸ ਤੇ ਮਾਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਰੁਮਾਲਾ ਸਾਹਿਬ ਪਾ ਦਿੰਦੇ ਤਾਂ ਜੋ ਅੰਗ ਗਿੱਲੇ ਹੋ ਕੇ ਖਰਾਬ ਨਾ ਹੋਣ। ਇਸ ਤਰ੍ਹਾਂ ਇੱਕ ਸ਼ਬਦ ਵਿੱਚ ਡੁੱਬ ਜਾਣ ਕਰਕੇ ਉਸ ਦਾ ਆਨੰਦ ਮਾਣਦੇ ਹੋਏ ਪੌਣੇ 9 ਸਾਲਾਂ ਵਿੱਚ ਬਾਬਾ ਜੀ ਨੇ ਇੱਕ ਪਾਠ ਦਾ ਭੋਗ ਪਾਇਆ। ਮਸਕੀਨ ਸਾਹਿਬ ਨੂੰ ਸੁਣ ਕੇ ਸਭ ਤੋਂ ਪਹਿਲਾਂ ਮਿਲਣ ਆਉਣ ਵਾਲੇ ਸ਼ਖਸ ਗਿਆਨੀ ਸੰਤ ਸਿੰਘ ਜੀ ਮਸਕੀਨ ਵਾਸ਼ਿੰਗਟਨ USA ਕਥਾ ਕਰ ਰਹੇ ਸਨ ਜਦੋਂ ਉਹਨਾਂ ਨੇ ਬਾਬਾ ਜੀ ਦਾ ਪਹਿਲੀ ਵਾਰ ਆਪਣੀ ਕਥਾ ਵਿੱਚ ਜ਼ਿਕਰ ਕੀਤਾ।
ਤਾਂ ਕਥਾ ਦੀ ਸਮਾਪਤੀ ਤੋਂ ਬਾਅਦ ਡਾਕਟਰ ਜਤਿੰਦਰ ਕੌਰ ਨੇ ਪੁੱਛਿਆ ਕਿ ਜਿਹੜੇ ਬ੍ਰਹਮ ਗਿਆਨੀਆਂ ਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੱਲ ਕਰ ਰਹੇ ਹੋ, ਉਹ ਤੁਸੀਂ ਦੇਖੇ ਹੋਏ ਹਨ? ਤਾਂ ਮਸਕੀਨ ਸਾਹਿਬ ਨੇ ਡਾਕਟਰ ਜਤਿੰਦਰ ਕੌਰ ਨੂੰ ਪੁੱਛਿਆ ਕਿ ਤੁਹਾਡੀ ਸੰਤੁਸ਼ਟੀ ਕਿਸ ਤਰ੍ਹਾਂ ਹੋਵੇਗੀ। ਡਾਕਟਰ ਜਤਿੰਦਰ ਕੌਰ ਨੇ ਆਖਿਆ ਕਿ ਕੋਈ ਲੋਕਾਂ ਦੁਆਰਾ ਬਣਾਏ ਸੰਤ ਨਹੀਂ, ਕੋਈ ਇਹੋ ਜਿਹੇ ਹੋਣ ਜੋ ਪ੍ਰਭੂ ਵਿੱਚ ਲੀਨ ਹੋ ਗਏ ਹੋਣ। ਤਾਂ ਮਸਕੀਨ ਜੀ ਨੇ ਆਖਿਆ ਕਿ ਕਾਨਪੁਰ ਵਿੱਚ ਬ੍ਰਹਮ ਗਿਆਨੀ ਬਾਬਾ ਬਹਾਦਰ ਸਿੰਘ ਜੀ ਰਹਿੰਦੇ ਹਨ, ਜੇ ਹਿੰਮਤ ਕਰਕੇ ਜਾ ਸਕਦੇ ਹੋ ਤਾਂ ਜਾ ਆਓ। ਇਹ ਸੁਣ ਕੇ ਡਾਕਟਰ ਜਤਿੰਦਰ ਕੌਰ ਨੇ ਕਾਨਪੁਰ ਜਾਣ ਦੀ ਤਿਆਰੀ ਕੀਤੀ ਅਤੇ ਕੁਝ ਦਿਨਾਂ ਬਾਅਦ ਹੀ ਕਾਨਪੁਰ ਪੁੱਜ ਗਏ। ਬਾਬਾ ਜੀ ਨੂੰ ਮਿਲੇ ਤਾਂ ਬਾਬਾ ਜੀ ਨੇ ਪੁੱਛਿਆ ਕਿ ਕਿੱਥੋਂ ਆਏ ਹੋ ਤੇ ਕਿਸ ਨੂੰ ਮਿਲਣਾ ਹੈ। ਇਸ ਤੇ ਜਤਿੰਦਰ ਕੌਰ ਨੇ ਕਿਹਾ ਕਿ ਅਮਰੀਕਾ ਤੋਂ ਆਪ ਜੀ ਨੂੰ ਮਿਲਣ ਲਈ ਆਏ ਹਾਂ। ਇਸ ਤੇ ਬਾਬਾ ਜੀ ਨੇ ਆਖਿਆ ਕਿ ਤੁਸੀਂ ਕਿਸੇ ਹੋਰ ਨੂੰ ਮਿਲਣਾ ਹੋਵੇਗਾ। ਤਾਂ ਜਤਿੰਦਰ ਕੌਰ ਨੇ ਆਖਿਆ ਕਿ ਅਸੀਂ ਆਪ ਜੀ ਨੂੰ ਹੀ ਮਿਲਣ ਆਏ ਹਾਂ। ਮਸਕੀਨ ਜੀ ਨੇ ਆਪ ਜੀ ਦਾ ਪਤਾ ਦੱਸਿਆ ਹੈ। ਬਾਬਾ ਜੀ ਨੇ ਆਪਣੇ ਆਪ ਲੁਕਾਉਂਦੇ ਆਖਿਆ ਕਿ ਮਸਕੀਨ ਜੀ ਨੇ ਮੇਰੀ ਐਵੇਂ ਹੀ ਅਫਵਾਹ ਫੈਲਾ ਦਿੱਤੀ ਹੈ। ਸਬਰ ਅੰਦਰ ਸਾਬਰੀ ਤਨ ਏਵੇ ਜਾਲਨ, ਹੋਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਜਤਿੰਦਰ ਕੌਰ ਨੇ ਪ੍ਰਭੂ ਮਿਲਣ ਲਈ ਮਾਰਗ ਪੁੱਛਿਆ ਤਾਂ ਬਾਬਾ ਜੀ ਮੁਸਕਰਾ ਕੇ ਆਖਣ ਲੱਗੇ ਕਿ ਜਿਸ ਤਰ੍ਹਾਂ ਤੁਹਾਡੇ ਅੰਦਰ ਮੈਨੂੰ ਮਿਲਣ ਦੀ ਇੱਛਾ ਹੋਈ ਤੇ ਤੁਸੀਂ ਇਤਨੀ ਦੂਰ ਚੱਲ ਕੇ ਆ ਗਏ ਹੋ, ਇਸੇ ਤਰ੍ਹਾਂ ਪ੍ਰਭੂ ਨੂੰ ਮਿਲਣ ਦੀ ਤੜਫ ਹੋਣੀ ਚਾਹੀਦੀ ਹੈ। ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਹਵਾਲਾ ਦੇ ਕੇ ਪ੍ਰਭੂ ਨਾਲ ਹਰ ਸਮੇਂ ਜੁੜਨ ਸੰਬੰਧੀ ਬਚਨ ਕੀਤੇ। ਇਸ ਤਰ੍ਹਾਂ ਜਤਿੰਦਰ ਕੌਰ ਕਾਨਪੁਰ ਕਈ ਦਿਨ ਰਹੇ ਅਤੇ ਹਰ ਰੋਜ਼ 4-5 ਘੰਟੇ ਬਾਬਾ ਜੀ ਦੇ ਕੋਲ ਹੀ ਰਹਿੰਦੇ ਅਤੇ ਉਹਨਾਂ ਦਾ ਵਾਪਸ ਮੁੜਨ ਨੂੰ ਦਿਲ ਨਹੀਂ ਕੀਤਾ। ਜਦੋਂ ਜਤਿੰਦਰ ਕੌਰ ਦੁਬਾਰਾ ਮਸਕੀਨ ਜੀ ਨੂੰ ਮਿਲੇ ਤਾਂ ਆਖਿਆ ਕਿ ਜਿੰਨਾ ਤੁਸੀਂ ਉਹਨਾਂ ਬਾਰੇ ਦੱਸਿਆ ਸੀ, ਮੈਂ ਉਸ ਤੋਂ ਕਿਤੇ ਜ਼ਿਆਦਾ ਪਾਇਆ ਹੈ। ਇਸ ਤੋਂ ਬਾਅਦ ਮਸਕੀਨ ਜੀ ਨੇ ਕਥਾ ਵਿੱਚ ਕਈ ਵਾਰ ਜ਼ਿਕਰ ਕੀਤਾ। ਇਹ ਸੁਣ ਕੇ ਸੰਗਤ ਬਾਬਾ ਜੀ ਨੂੰ ਮਿਲਣ ਲਈ ਉਤਾਵਲੀ ਹੋ ਗਈ। ਸੰਗਤ ਨੇ ਬਾਬਾ ਜੀ ਦੇ ਘਰ ਦਾ ਪਤਾ ਮਸਕੀਨ ਸਾਹਿਬ ਤੋਂ ਪੁੱਛ ਕੇ ਦਰਸ਼ਨਾਂ ਲਈ ਜਾਣਾ ਸ਼ੁਰੂ ਕਰ ਦਿੱਤਾ, ਜਿਸ ਤੇ ਬਾਬਾ ਜੀ ਮਸਕੀਨ ਸਾਹਿਬ ਕੋਲ ਅੱਖਾਂ ਨਮ ਕਰਕੇ ਆਖਦੇ ਸਨ ਕਿ ਤੁਸੀਂ ਮੇਰਾ ਨਾਮ ਕਥਾ ਵਿੱਚ ਨਹੀਂ ਲੈਣਾ ਸੀ। ਜੋ ਵੀ ਸੰਗਤ ਆਉਂਦੀ ਬਾਬਾ ਜੀ ਸਭ ਸੰਗਤ ਨੂੰ ਉਸ ਪਤੀ ਪਰਮੇਸ਼ਰ ਜੋ ਅੰਦਰ ਬਿਰਾਜਮਾਨ ਹੈ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਅਤੇ ਬਚਨ ਕਰਦੇ, ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ। ਪਰਮਾਤਮਾ ਜਿਸ ਨੂੰ ਵੀ ਮਿਲਿਆ ਹੈ ਤੇ ਜਦੋਂ ਵੀ ਮਿਲੇਗਾ ਅੰਦਰੋਂ ਹੀ ਮਿਲੇਗਾ। ਗ੍ਰਹਿਸਥੀ ਜੀਵਨ। ਪ੍ਰਭੂ ਮਿਲਾਪ ਤੋਂ ਬਾਅਦ ਵੀ ਬਾਬਾ ਜੀ ਨੇ ਆਪਣਾ ਗ੍ਰਹਿਸਥੀ ਜੀਵਨ ਬਹੁਤ ਉੱਤਮ ਢੰਗ ਨਾਲ ਬਤੀਤ ਕੀਤਾ। ਪਰਿਵਾਰਿਕ ਜ਼ਿੰਮੇਵਾਰੀਆਂ ਬਖੂਬੀ ਨਿਭਾਈਆਂ। ਬਾਬਾ ਜੀ ਨੇ ਆਪਣੀਆਂ 5 ਪੁੱਤਰੀਆਂ ਦਾ ਵਿਆਹ ਬਹੁਤ ਚੰਗੇ ਘਰਾਂ ਵਿੱਚ ਕੀਤਾ, ਜਿਨ੍ਹਾਂ ਵਿੱਚ ਸਭ ਤੋਂ ਵੱਡੇ ਜਵਾਈ ਬਨਾਰਸ ਯੂਨੀਵਰਸਿਟੀ ਦੇ ਆਈਜ਼ ਡਿਪਾਰਟਮੈਂਟ ਵਿੱਚ ਬਤੌਰ ਹੈੱਡ ਸਨ ਅਤੇ ਬਾਕੀ ਚਾਰੋਂ ਜਵਾਈਆਂ ਦੇ ਵੀ ਆਪਣੇ ਚੰਗੇ ਕਾਰੋਬਾਰ ਸਨ। ਬਾਬਾ ਜੀ ਦੀਆਂ 5 ਪੁੱਤਰੀਆਂ ਦੀ ਸ਼ਾਦੀ ਤੇ ਲਾਵਾਂ ਵੀ ਮਸਕੀਨ ਸਾਹਿਬ ਨੇ ਪੜ੍ਹੀਆਂ ਸਨ। ਇਸ ਤੋਂ ਇਲਾਵਾ ਬਾਬਾ ਜੀ ਦੇ ਦੁਕਾਨ ਦੇ ਮੁਨੀਮ ਦੀਆਂ 6 ਪੁੱਤਰੀਆਂ ਸਨ, ਉਹਨਾਂ ਦੀ ਸ਼ਾਦੀ ਵੀ ਬਾਬਾ ਜੀ ਨੇ ਆਪ ਕਰਵਾਈ। 1984 ਦਾ ਕਤਲੇਆਮ। 1984 ਵਿੱਚ ਹੋਏ ਕਤਲੇਆਮ ਸਮੇਂ ਸਭ ਪਾਸੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਸਨ ਅਤੇ ਭੱਜ ਦੌੜ ਮੱਚ ਗਈ ਸੀ। ਸਭ ਦੀਆਂ ਦੁਕਾਨਾਂ ਸਾੜੀਆਂ ਜਾ ਰਹੀਆਂ ਸਨ। ਬਾਬਾ ਜੀ ਦੁਕਾਨ ਤੇ ਹੀ ਬੈਠੇ ਸੀ ਕਿ ਕੁਝ ਗੁੰਡੇ ਦੁਕਾਨ ਤੇ ਆਏ, ਜੋ ਕਿ ਦੂਸਰਿਆਂ ਦੀਆਂ ਦੁਕਾਨਾਂ ਅਤੇ ਮਕਾਨ ਸਾੜ ਰਹੇ ਸੀ। ਬਾਬਾ ਜੀ ਨੂੰ ਕਹਿਣ ਲੱਗੇ ਕਿ ਸੰਤ ਜੀ, ਤੁਸੀਂ ਇੱਥੇ ਕਿਉਂ ਬੈਠੇ ਹੋ? ਇੱਥੇ ਬੈਠਣਾ ਠੀਕ ਨਹੀਂ ਹੈ। ਆਓ ਤੁਹਾਨੂੰ ਤੁਹਾਡੇ ਘਰ ਛੱਡ ਆਉਂਦੇ ਹਾਂ। ਇਹ ਕਹਿ ਕੇ ਉਹ ਬਾਬਾ ਜੀ ਨੂੰ ਆਪਣੀ ਜੀਪ ਵਿੱਚ ਬਿਠਾ ਕੇ ਘਰ ਛੱਡ ਕੇ ਆਏ। ਨਾ ਜਮਦੂਤ ਦੁੱਖ ਤਿਸੇ ਲਾਗੈ, ਜੋ ਜਨ ਰਾਮ ਨਾਮ ਲਿਵ ਜਾਗੈ। ਬਾਬਾ ਜੀ ਦੀ ਆਬਾ ਤੋਂ ਗੁੰਡੇ ਵੀ ਪ੍ਰਭਾਵਿਤ ਸਨ। ਇਸ ਸਮੇਂ ਦੌਰਾਨ ਕਈ ਜਗ੍ਹਾ ਦੰਗਾ ਫਸਾਦ ਹੋਇਆ, ਪਰੰਤੂ ਕਾਨਪੁਰ ਵਿੱਚ ਬਹੁਤ ਜ਼ਿਆਦਾ ਹਾਲਾਤ ਖਰਾਬ ਹੋਏ ਸਨ। ਇਸ ਦੇ ਬਾਵਜੂਦ ਵੀ ਜਿਸ ਗਲੀ ਵਿੱਚ ਬਾਬਾ ਜੀ ਰਹਿੰਦੇ ਸਨ, ਉਸ ਗਲੀ ਵਿੱਚੋਂ ਕਿਸੇ ਇੱਕ ਘਰ ਨੂੰ ਵੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦਾ ਜ਼ਿਕਰ ਵੀ ਮਸਕੀਨ ਸਾਹਿਬ ਨੇ ਆਪਣੀ ਕਥਾ ਵਿੱਚ ਕਈ ਵਾਰ ਕੀਤਾ ਹੈ। ਕਥਾ ਲਈ ਬੇਨਤੀ। ਬਾਬਾ ਜੀ ਨੂੰ ਕਾਨਪੁਰ ਵਿੱਚ ਸੰਗਤ ਵਾਰ-ਵਾਰ ਬੇਨਤੀ ਕਰਦੀ ਕਿ ਆਪ ਬ੍ਰਹਮ ਗਿਆਨੀ ਹੋ, ਆਪ ਜੀ ਗੁਰਦੁਆਰਾ ਸਾਹਿਬ ਵਿੱਚ ਕਥਾ ਕਰਿਆ ਕਰੋ।
ਤਾਂ ਬਾਬਾ ਜੀ ਆਖਦੇ ਸਨ ਕਿ ਤੁਸੀਂ ਮੈਨੂੰ ਕਥਾ ਕਰਨ ਲਈ ਆਖ ਰਹੇ ਹੋ, ਜੇਕਰ ਮੈਂ ਕਥਾ ਕਰਾਂਗਾ ਤਾਂ ਤੁਸੀਂ ਹੀ ਮੈਨੂੰ ਸਟੇਜ ਤੋਂ ਉਤਾਰ ਦੇਵੋਗੇ, ਕਿਉਂਕਿ ਤੁਸੀਂ ਬਾਣੀ ਨੂੰ ਸਿਰਫ ਪੜ੍ਹਦੇ ਹੋ ਤੇ ਮੈਂ ਤੁਹਾਨੂੰ ਕੇਵਲ ਬਾਣੀ ਪੜ੍ਹਨ ਨੂੰ ਹੀ ਨਹੀਂ ਕਹਿਣਾ, ਬਲਕਿ ਜੋ ਬਾਣੀ ਕਰਨ ਨੂੰ ਕਹਿੰਦੀ ਹੈ ਉਹ ਕਰਨ ਨੂੰ ਕਹਿਣਾ ਹੈ, ਜੋ ਤੁਹਾਨੂੰ ਚੰਗਾ ਨਹੀਂ ਲੱਗੇਗਾ। ਬਾਬਾ ਜੀ ਸੁਖਮਨੀ ਸਾਹਿਬ ਦਾ ਹਵਾਲਾ ਦੇ ਕੇ ਆਖਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਪ੍ਰਭ ਨੂੰ ਯਾਦ ਕਰੋ ਯਾਦ ਕਰੋ ਯਾਦ ਕਰੋ ਸੁਖ ਪਾਵੋਗੇ। ਇਸ ਤਰ੍ਹਾਂ ਬਾਣੀ ਨੂੰ ਨਾ ਸਿਰਫ ਪੜ੍ਹਨ ਲਈ ਸਗੋਂ ਅਮਲ ਕਰਕੇ ਆਪਣੇ ਪਤੀ ਪਰਮੇਸ਼ਰ ਵਿੱਚ ਇੱਕਮਿਕ ਹੋ ਜਾਣ ਦੀ ਪ੍ਰੇਰਨਾ ਦਿੰਦੇ। ਲੁਧਿਆਣੇ ਆਉਣਾ। ਬਾਬਾ ਜੀ ਦੀਆਂ 5 ਪੁੱਤਰੀਆਂ ਦਾ ਵਿਆਹ ਹੋ ਚੁੱਕਾ ਸੀ। ਇਸ ਤੋਂ ਕਾਫੀ ਦੇਰ ਬਾਅਦ ਵੀ ਬਾਬਾ ਜੀ ਕਾਨਪੁਰ ਹੀ ਰਹੇ। ਪੁੱਤਰ ਸੰਤਾਨ ਨਾ ਹੋਣ ਕਾਰਨ ਬਾਬਾ ਜੀ ਅਤੇ ਉਹਨਾਂ ਦੀ ਪਤਨੀ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ। ਇੱਕ ਰਾਤ ਮਾਤਾ ਜੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਉਹਨਾਂ ਨੇ ਬਾਬਾ ਜੀ ਨੂੰ ਆਵਾਜ਼ ਲਗਾਈ, ਪਰ ਉਮਰ ਵਡੇਰੀ ਹੋਣ ਜਾਣ ਕੇ ਮਾਤਾ ਜੀ ਵੱਲੋਂ ਲਗਾਈ ਆਵਾਜ਼ ਬਾਬਾ ਜੀ ਨੂੰ ਨਹੀਂ ਸੁਣੀ ਅਤੇ ਸਵੇਰੇ ਮਾਤਾ ਜੀ ਦੇ ਦੱਸਣ ਤੇ ਪਤਾ ਲੱਗਿਆ ਕਿ ਬੀਤੀ ਰਾਤ ਮਾਤਾ ਜੀ ਨੂੰ ਮੁਸ਼ਕਲ ਵਿੱਚ ਗੁਜ਼ਾਰਨੀ ਪਈ। ਇਸ ਤੇ ਬਾਬਾ ਜੀ ਨੂੰ ਅਫਸੋਸ ਹੋਇਆ ਤੇ ਉਸੇ ਦਿਨ ਹੀ ਫੈਸਲਾ ਕੀਤਾ ਕਿ ਹੁਣ ਉਹਨਾਂ ਨੂੰ ਆਪਣੀ ਰਹਿੰਦੀ ਜ਼ਿੰਦਗੀ ਆਪਣੀ ਕਿਸੇ ਬੇਟੀ ਦੇ ਨਾਲ ਰਹਿ ਕੇ ਗੁਜ਼ਾਰਨੀ ਚਾਹੀਦੀ ਹੈ। ਇਸ ਤਰ੍ਹਾਂ ਬਾਬਾ ਜੀ ਅਤੇ ਮਾਤਾ ਜੀ ਸਾਲ 2004 ਵਿੱਚ ਆਪਣੀ ਲੁਧਿਆਣੇ ਰਹਿ ਰਹੀ ਬੇਟੀ ਭੁਪਿੰਦਰ ਕੋਲ ਆ ਗਏ ਅਤੇ ਘਰ ਦੀ ਛੱਤ ਦੇ ਉੱਪਰ ਹੀ ਮਕਾਨ ਬਣਾ ਕੇ ਰਹਿਣ ਲੱਗੇ। ਭੁਪਿੰਦਰ ਕੌਰ ਤੋਂ ਇਲਾਵਾ ਬਾਕੀ 4 ਪੁੱਤਰੀਆਂ ਦੇ ਪਰਿਵਾਰ ਵੀ ਲੁਧਿਆਣਾ ਵਿੱਚ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਨੇ ਵੀ ਬਾਬਾ ਜੀ ਦੀ ਤਨ ਮਨ ਧਨ ਨਾਲ ਸੇਵਾ ਕੀਤੀ। ਲੁਧਿਆਣੇ ਆਉਣ ਨਾਲ ਨਵੀਂ ਸੰਗਤ ਆਉਣੀ ਸ਼ੁਰੂ ਹੋ ਗਈ। ਇਸ ਸਮੇਂ ਤੱਕ ਬਾਬਾ ਜੀ ਬਹੁਤ ਘੱਟ ਬੋਲਦੇ ਸੀ, ਜ਼ਿਆਦਾ ਕਿਸੇ ਨਾਲ ਗੱਲਬਾਤ ਕਰਨੀ ਜਾਂ ਮਿਲਣਾ ਮੁਨਾਸਿਬ ਨਹੀਂ ਸਮਝਦੇ ਸਨ। ਜਿਸ ਤਰ੍ਹਾਂ ਬਾਬਾ ਜੀ ਕਾਨਪੁਰ ਪਾਰਕ ਵਿੱਚ ਜਾਂਦੇ ਸਨ, ਉਸੇ ਤਰ੍ਹਾਂ ਭਾਈ ਰਣਧੀਰ ਸਿੰਘ ਨਗਰ ਦੇ ਨੇੜੇ ਸਥਿਤ ਲਵੀਅਰ ਵੈਲੀ ਪਾਰਕ ਵਿੱਚ ਚਲੇ ਜਾਂਦੇ ਅਤੇ ਆਪਣਾ ਕਾਫੀ ਸਮਾਂ ਉੱਥੇ ਬਤੀਤ ਕਰਦੇ। ਗੁਰਮੇਲ ਸਿੰਘ ਜੋ ਕਿ ਲੁਧਿਆਣਾ ਵਿੱਚ ਰਹਿੰਦੇ ਸਨ, ਉਹਨਾਂ ਨੂੰ ਬਾਬਾ ਜੀ ਬਾਰੇ ਪਤਾ ਲੱਗਣ ਤੇ ਕਿ ਉਹ ਪਾਰਕ ਚਲੇ ਜਾਂਦੇ, ਇਸ ਜਗ੍ਹਾ ਬਾਬਾ ਜੀ ਬੈਠਦੇ, ਉਹ ਵੀ ਉੱਥੇ ਜਾਣ ਲੱਗ ਪਏ। ਹੌਲੀ ਹੌਲੀ ਗੁਰਮੇਲ ਸਿੰਘ ਹਰ ਰੋਜ਼ ਬਾਬਾ ਜੀ ਕੋਲ ਉਹਨਾਂ ਦੇ ਘਰ ਵਿੱਚ ਜਾਣ ਲੱਗ ਗਏ, ਜਿਸ ਨਾਲ ਪ੍ਰੇਮ ਵੱਧਦਾ ਗਿਆ। ਬਾਬਾ ਜੀ ਦੀ ਦਵਾਈ, ਕੱਪੜੇ, ਬਿਸਤਰਾ ਤੇ ਹੋਰ ਨਿੱਜੀ ਸੇਵਾ ਗੁਰਮੇਲ ਸਿੰਘ ਨੇ ਸੰਭਾਲੀ। ਬਾਬਾ ਜੀ ਉਹਨਾਂ ਦੇ ਪਿਆਰ ਅਤੇ ਸ਼ਰਧਾ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਸਰੀਰ ਦੀ ਕੋਈ ਵੀ ਲੋੜ ਹੋਵੇ ਤਾਂ ਬਾਬਾ ਜੀ ਗੁਰਮੇਲ ਸਿੰਘ ਨੂੰ ਹੀ ਬੁਲਾਉਂਦੇ ਸੀ। ਹਸਪਤਾਲ ਵਿੱਚ ਸਮਾਧੀ ਲੀਨ ਹੋਣਾ। ਸਾਲ 2009 ਵਿੱਚ ਬਾਬਾ ਜੀ ਬਿਮਾਰ ਹੋ ਗਏ ਅਤੇ ਹਰਨੀਆਂ ਦਾ ਇਲਾਜ ਕਰਾਉਣ ਲਈ ਹਸਪਤਾਲ ਦਾਖਲ ਹੋਏ। ਹਸਪਤਾਲ ਵਿੱਚ ਬਾਬਾ ਜੀ ਨੂੰ ਬਿਨਾਂ ਕਿਸੇ ਹਲਚਲ ਦੇ ਪਏ ਰਹੇ ਤੇ ਜਿਸ ਤੇ ਡਾਕਟਰ ਬਹੁਤ ਹੈਰਾਨ ਹੋਏ, ਪਰੰਤੂ ਮਾਤਾ ਜੀ ਨੂੰ ਇਸ ਬਾਰੇ ਪਤਾ ਸੀ। ਨਾਮ ਰਤੇ ਪਰਮਹੰਸ ਬੈਰਾਗੀ ਨਿਜ ਘਰ ਤਾੜੀ ਲਾਈ ਹੈ। 1.5 ਦਿਨ ਤੱਕ ਇਸ ਹਾਲਤ ਵਿੱਚ ਰਹੇ ਅਤੇ ਦੂਸਰੇ ਦਿਨ ਦੀ ਦੁਪਹਿਰ ਨੂੰ ਇੱਕਦਮ ਉੱਠ ਕੇ ਬੈਠ ਗਏ ਤੇ ਦਸਤਾਰ ਠੀਕ ਕਰਨ ਲੱਗੇ। ਜਦੋਂ ਪੁੱਛਿਆ ਗਿਆ ਕਿ ਆਪ ਜੀ ਠੀਕ ਹੋ ਤਾਂ ਬਾਬਾ ਜੀ ਕਹਿਣ ਲੱਗੇ ਕਿ ਮੈਨੂੰ ਕੀ ਹੋਇਆ, ਮੈਂ ਬਿਲਕੁਲ ਠੀਕ ਹਾਂ। ਇਸ ਤੋਂ ਬਾਅਦ 2011 ਵਿੱਚ ਬਾਬਾ ਜੀ ਦੇ ਸਿਰ ਵਿੱਚ ਕਲੌਟ ਬਣ ਗਿਆ ਤੇ ਪੈਰਾਲਾਈਸਿਸ ਹੋ ਗਿਆ, ਜਿਸ ਕਾਰਨ ਕਈ ਦਿਨ ਹਸਪਤਾਲ ਰਹੇ। ਇਸ ਸਮੇਂ ਦੌਰਾਨ ਬਾਬਾ ਜੀ ਨੇ ਗੁਰਮੇਲ ਸਿੰਘ ਨੂੰ ਬਚਨ ਕੀਤਾ ਕਿ ਹੁਣ ਜਿੰਨਾ ਸਮਾਂ ਵੀ ਹੋਰ ਮਿਲੇਗਾ ਤਾਂ ਦੁਨੀਆ ਨੂੰ ਸੱਚਾਈ ਦੱਸ ਕੇ ਹੀ ਜਾਵਾਂਗਾ। ਇਸ ਤੋਂ ਬਾਅਦ ਪੈਰਾਲਾਈਸਿਸ 3 ਮਹੀਨੇ ਬਾਅਦ ਠੀਕ ਹੋ ਗਿਆ। ਸਰੀਰਕ ਰੋਗ ਹੁੰਦਿਆਂ ਵੀ ਸ਼ੁਕਰ ਵਿੱਚ ਰਹਿਣਾ। ਵਡੇਰੀ ਉਮਰ ਹੋਣ ਕਰਕੇ ਬਾਬਾ ਜੀ ਨੂੰ ਸਰੀਰ ਦੇ ਕਈ ਰੋਗ ਲੱਗ ਗਏ ਸਨ, ਜਿਵੇਂ ਕੰਨਾਂ ਤੋਂ ਉੱਚਾ ਸੁਣਾਈ ਦੇਣ ਲੱਗਾ, ਕਬਜ਼ ਅਤੇ ਪਿਸ਼ਾਬ ਦੀ ਨਾਲੀ ਵੀ ਲੱਗ ਗਈ ਸੀ, ਜੋ ਸਰੀਰ ਕਰਕੇ ਬਹੁਤ ਕਸ਼ਟਦਾਈ ਸੀ। ਸਰੀਰ ਨੂੰ ਸਹੀ ਢੰਗ ਨਾਲ ਚੱਲਦਾ ਰੱਖਣ ਲਈ ਇਹਨਾਂ ਦੀ ਦਵਾਈ ਬੂਟੀ ਬੜੇ ਧਿਆਨਪੂਰਵਕ ਕਰਨੀ ਪੈਂਦੀ ਸੀ। ਕਬਜ਼ ਦੀ ਦਵਾਈ ਹਰ 4 ਦਿਨ ਦੇ ਬਾਅਦ ਦਿਨ ਵਿੱਚ 2-3 ਵਾਰ ਲੈਣੀ ਪੈਂਦੀ ਸੀ। ਇਸ ਸੇਵਾ ਲਈ ਪਰਿਵਾਰ ਦਾ ਕੋਈ ਮੈਂਬਰ ਪੱਕੇ ਤੌਰ ਤੇ ਚੌਥੇ ਦਿਨ ਦਵਾਈ ਦੇਣ ਲਈ ਆਉਂਦਾ ਸੀ। ਇਸ ਤੋਂ ਇਲਾਵਾ ਪਿਸ਼ਾਬ ਦੀ ਨਾਲੀ ਹਰ 15 ਦਿਨਾਂ ਦੇ ਬਾਅਦ ਬਦਲਣੀ ਪੈਂਦੀ ਸੀ, ਜਿਸ ਵਿੱਚ ਸਰੀਰ ਨੂੰ ਬਹੁਤ ਕਸ਼ਟ ਝੱਲਣਾ ਪੈਂਦਾ ਸੀ। ਬਾਬਾ ਜੀ ਆਖਦੇ ਸਨ ਕਿ ਜੋ ਸਰੀਰ ਨੂੰ ਕਸ਼ਟ ਹਨ, ਇਹ ਸਰੀਰ ਦਾ ਕਰਮ ਭੋਗ ਹੈ, ਭੋਗਣਾ ਹੀ ਪਵੇਗਾ। ਵੱਡੇ ਵੱਡੇ ਸੰਤਾਂ ਮਹਾਤਮਾ ਨੂੰ ਸਰੀਰਕ ਕਸ਼ਟ ਭੋਗਣੇ ਪਏ ਹਨ, ਪਰੰਤੂ ਇਹ ਸਭ ਦੇ ਹੁੰਦੇ ਹੋਏ ਵੀ ਬਾਬਾ ਜੀ ਹਮੇਸ਼ਾ ਖਿੜੇ ਮੱਥੇ ਅਤੇ ਪ੍ਰਭੂ ਦੇ ਸ਼ੁਕਰ ਵਿੱਚ ਰਹਿੰਦੇ ਸਨ। ਮੈਂ ਸਰੀਰ ਵਿੱਚੋਂ ਜੋ ਵੀ ਕੱਢਣਾ ਸੀ ਕੱਢ ਲਿਆ, ਜੋ ਨਿਚੋੜਨਾ ਸੀ ਨਿਚੋੜ ਲਿਆ ਹੈ,
ਜੋ ਵੀ ਸੰਗਤ ਸਿਹਤ ਬਾਰੇ ਪੁੱਛਦੀ ਤਾਂ ਆਖਦੇ ਕਿ ਸਰੀਰ ਨੂੰ ਬਹੁਤ ਰੋਗ ਲੱਗੇ ਹਨ, ਇਹ ਠੀਕ ਨਹੀਂ ਹੈ, ਪਰੰਤੂ ਅੰਦਰ ਬੜੀ ਮਸਤੀ ਹੈ। ਮੈਂ ਆਨੰਦਿਤ ਹਾਂ, ਮੈਂ ਪੂਰੀ ਤਰ੍ਹਾਂ ਠੀਕ ਹਾਂ। ਆਤਮਾ ਪਰਮਾਤਮਾ ਵਿੱਚ ਲੀਨ ਹੈ। ਆਪਣੇ ਅੰਦਰ ਜਾਣ ਦੇ ਇਸ਼ਾਰੇ ਅਤੇ ਹੂ-ਬਹੂ ਬਚਨ। ਸੰਗਤ ਰੋਜ਼ ਮੁਹਾਰੇ ਬਾਬਾ ਜੀ ਨੂੰ ਮਿਲਣ ਲਈ ਆਉਂਦੀ ਰਹਿੰਦੀ। ਬਾਬਾ ਜੀ ਸੰਗਤ ਨੂੰ ਕਰਮਕਾਂਡ ਤੋਂ ਹਟ ਕੇ ਆਪਣੇ ਅੰਦਰ ਝਾਤੀ ਮਾਰਨ ਲਈ ਆਖਦੇ। ਸੰਗਤ ਨੂੰ ਬਚਨ ਕਰਦੇ ਸਮੇਂ ਬਾਬਾ ਜੀ ਦਾ ਚਿਹਰਾ ਪ੍ਰੇਮ ਵਿੱਚ ਭਿੱਜ ਕੇ ਲਾਲ ਹੋ ਜਾਂਦਾ ਅਤੇ ਬੋਲਾਂ ਵਿੱਚੋਂ ਪ੍ਰੇਮ, ਆਨੰਦ ਅਤੇ ਵੈਰਾਗ ਦੀਆਂ ਝਲਕਾਂ ਆਪ ਮੁਹਾਰੇ ਫੁੱਟਦੀਆਂ ਸਨ, ਜੋ ਇਸ ਸਮੇਂ ਦੌਰਾਨ ਸੰਗਤ ਨੇ ਰੱਜ-ਰੱਜ ਕੇ ਮਾਣੀਆਂ। ਇਹ ਸਮਾਂ ਇਹੋ ਜਿਹਾ ਸੀ ਜਿਵੇਂ ਰੁੱਖੇ ਸੁੱਖੇ ਰੇਗਿਸਤਾਨ ਵਿੱਚ ਮੋਹਲੇਦਾਰ ਵਰਖਾ ਹੋ ਰਹੀ ਹੋਵੇ। ਸੰਗਤ ਵੀ ਬਾਬਾ ਜੀ ਨੂੰ ਬਹੁਤ ਪ੍ਰੇਮ ਕਰਦੀ, ਜਿਸ ਤੇ ਬਾਬਾ ਜੀ ਵੱਲੋਂ ਹੇਠਾਂ ਲਿਖੀ ਬਚਨ ਰਚਨਾ ਅਕਸਰ ਹੀ ਸੰਗਤ ਨੂੰ ਬੜੇ ਪ੍ਰੇਮ ਨਾਲ ਬੋਲੀ ਜਾਂਦੀ, ਜੋ ਹੂ-ਬਹੂ ਉਸੇ ਤਰ੍ਹਾਂ ਲਿਖੀ ਗਈ ਹੈ। ਮੇਰੀ ਨਮਸਕਾਰ ਤੁਹਾਨੂੰ। ਤੁਹਾਡੇ ਅੰਦਰ ਵੀ ਉਹੀ ਹੈ ਤੇ ਮੇਰੇ ਅੰਦਰ ਵੀ। ਮੇਰੇ ਅੰਦਰ ਥੋੜਾ ਪ੍ਰਗਟ ਹੋ ਗਿਆ ਹੈ, ਤੁਹਾਡੇ ਅੰਦਰ ਨਹੀਂ ਹੋਇਆ ਤਾਂ ਹੋ ਜਾਏਗਾ। ਥੋੜੀ ਰਗੜ ਲਾਓ। ਮਨ ਬਾਹਰ ਦੌੜਦਾ ਹੈ ਤੇ ਪਰਮਾਤਮਾ ਅੰਦਰ ਹੈ, ਬਸ ਇਤਨੀ ਕੁ ਗੱਲ ਹੈ। ਅੰਦਰੋਂ ਉਸ ਨੂੰ ਹਰ ਵੇਲੇ ਯਾਦ ਰੱਖੋ, ਇੱਕ ਸਵਾਸ ਵੀ ਬਿਰਥਾ ਨਾ ਜਾਏ। ਪ੍ਰਭੂ ਨੂੰ ਅਰਦਾਸ ਕਰਿਓ, ਨਾ ਵਿਸਰੀ ਨਾ ਵਿਸਾਰੀ। ਗੱਲ ਲੰਬੀ ਚੌੜੀ ਹੈ ਨਹੀਂ। ਲਾਹੌਰ ਦਾ ਸੰਤ ਹੋਇਆ ਹੈ ਬੁੱਲੇ ਸ਼ਾਹ, ਉਹ ਆਖਦਾ ਹੈ ਕਿ ਰੱਬ ਦਾ ਕੀ ਪਾਵਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਵਣਾ। ਤੁਸੀਂ ਸੰਸਾਰ ਅੰਦਰ ਰਵੋ, ਪਰ ਸੰਸਾਰ ਤੁਹਾਡੇ ਅੰਦਰ ਨਾ ਰਵੇ। ਸਰੀਰ ਮਰਨ ਤੋਂ ਪਹਿਲਾਂ ਮਨ ਮਰ ਜਾਣਾ ਚਾਹੀਦਾ ਹੈ। ਬਾਹਰੋਂ ਬੰਦਾ ਸੰਤੁਸ਼ਟ ਹੋ ਹੀ ਜਾਏ, ਪਰ ਅੰਦਰੋਂ ਪ੍ਰਭੂ ਵੱਲੋਂ ਕਦੇ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਜਿਸ ਦਾ ਮੂੰਹ ਉਸ ਵੱਲ ਹੋ ਗਿਆ, ਉਸ ਦੀ ਅੱਧੀ ਯਾਤਰਾ ਤੈਅ ਹੋ ਗਈ। ਬਾਹਰ ਜਿੱਥੇ ਵੀ ਤੁਸੀਂ ਜਾਓ, ਇਸ਼ਾਰਾ ਅੰਦਰ ਜਾਣ ਦਾ ਹੀ ਮਿਲੇਗਾ। ਵਿਚਾਰ ਸ਼ੂਨਯ, ਹੰਕਾਰ ਸ਼ੂਨਯ, ਅੱਗੇ ਪਰਮਾਤਮਾ। ਪਰਮਾਤਮਾ ਨੂੰ ਖੋਇਆ ਨਹੀਂ ਜਾ ਸਕਦਾ, ਹਾਂ ਭੁਲਾਇਆ ਜਾ ਸਕਦਾ ਹੈ। ਪਰਮਾਤਮਾ ਨੂੰ ਜਾਣਿਆ ਨਹੀਂ ਜਾ ਸਕਦਾ, ਹਾਂ ਪਰਮਾਤਮਾ ਹੋਇਆ ਜਾ ਸਕਦਾ ਹੈ। ਅਸੀਂ ਆਤਮਾ ਹਾਂ, ਪਰ ਮੰਨੀ ਬੈਠੇ ਹਾਂ ਸਰੀਰ। ਇਹ ਭੁੱਲ ਹੋ ਗਈ ਸਾਡੇ ਤੋਂ। ਮਨ ਦਾ ਅਰਥ ਹੈ ਵਿਚਾਰਾਂ। ਵਿਚਾਰਾਂ ਬਾਹਰ ਜਾਂਦੀਆਂ ਹਨ। ਅੰਦਰ ਤੇ ਕੋਈ ਵਿਚਾਰ ਹੈ ਨਹੀਂ। ਅੰਦਰ ਸ਼ਾਂਤੀ ਹੈ, ਨਿਰਵਿਚਾਰ ਹੈ, ਆਤਮਾ ਹੈ। ਜੋ ਦਿਸਦਾ ਸੰਸਾਰ ਹੈ ਕੁਝ ਵੀ ਨਹੀਂ। ਜੋ ਨਹੀਂ ਦਿਸਦਾ ਪਰਮਾਤਮਾ, ਉਹ ਸਭ ਕੁਝ ਹੈ। ਸਭ ਨੂੰ ਯਾਦ ਹੈ, ਖਾਓ ਪੀਓ, ਹੱਸੋ ਖੇਡੋ, ਪਿਕਨਿਕ ਮਨਾਓ, ਪਰ ਕਿਸੇ ਸੁਭਾਗਸ਼ਾਲੀ ਨੂੰ ਯਾਦ ਹੈ ਪਰਮਾਤਮਾ। ਉੱਠਦੇ ਬੈਠਦੇ, ਖਾਂਦੇ ਪੀਂਦੇ, ਸੌਂਦੇ ਉਸ ਨੂੰ ਯਾਦ ਕਰੋ, ਇਹੀ ਕੰਮ ਕਰਨੇ ਵਾਲਾ ਹੈ। ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ। ਇੱਕੋ ਆਖਰੀ ਕੰਮ ਹੈ ਕਿ ਮਨ ਨਾ ਰਵੇ। ਚਾਹ ਤੜਫ ਬਣਦੀ ਹੈ ਤੇ ਤੜਫ ਆਨੰਦ ਬਣ ਜਾਂਦਾ ਹੈ। ਸੰਸਾਰ ਦੀਆਂ ਵਸਤੂਆਂ ਦਿੱਤੀਆਂ ਲਈਆਂ ਜਾਂਦੀਆਂ ਹਨ, ਪਰਮਾਤਮਾ ਦਿੱਤਾ ਲਿਆ ਨਹੀਂ ਜਾਂਦਾ। ਕੋਈ ਦੇਣ ਲੈਣ ਵਾਲੀ ਚੀਜ਼ ਹੁੰਦੀ ਤਾਂ ਮੈਂ ਪਲੇਟ ਭਰ ਕੇ ਦੇ ਦਿੰਦਾ। ਮੈਂ ਸੂਮ ਨਹੀਂ ਹਾਂ। ਪਰਮਾਤਮਾ ਜਿਸ ਨੂੰ ਵੀ ਮਿਲਿਆ ਹੈ, ਅੰਦਰੋਂ ਮਿਲਿਆ ਹੈ ਅਤੇ ਜਦੋਂ ਵੀ ਮਿਲੇਗਾ ਅੰਦਰੋਂ ਹੀ ਮਿਲੇਗਾ। ਪਰਮਾਤਮਾ ਸਮਝ ਵਿੱਚ ਨਹੀਂ ਆਵੇਗਾ, ਅਨੁਭਵ ਵਿੱਚ ਆਵੇਗਾ। ਤੀਰਥਾਂ ਦਾ ਤੀਰਥ, ਸੰਤਾਂ ਦਾ ਸੰਤ, ਗੁਰਦੁਆਰਿਆਂ ਦਾ ਗੁਰਦੁਆਰਾ ਸਾਡੇ ਅੰਦਰ ਬੈਠਿਆ ਹੈ। ਰਗੜ ਲਾਂਦੇ ਜਾਓ, ਇੱਕ ਵੇਲਾ ਐਸਾ ਆਵੇਗਾ ਜਿੱਥੇ ਪਰਮਾਤਮਾ ਦਾ ਸਵਾਦ ਪੈਦਾ ਹੋ ਜਾਏਗਾ। ਫਿਰ ਮਨ ਉਸ ਨੂੰ ਛੱਡੇਗਾ ਹੀ ਨਹੀਂ। ਜੇ ਛੱਡਣਾ ਚਾਹੇਗਾ ਤਾਂ ਵੀ ਛੱਡ ਨਹੀਂ ਸਕੇਗਾ। ਅੰਤਰ ਯਾਤਰਾ ਹੀ ਧਰਮ ਹੈ। ਪਰਮ ਧਨ ਆਤਮਾ ਦਾ ਧਨ ਹੈ। ਭੋਗਾਂ ਦਾ ਭੋਗ ਪਰਮਾਤਮਾ ਦਾ ਭੋਗ ਹੈ। ਮੇਰਾ ਸਰੀਰ ਠੀਕ ਨਹੀਂ, ਪਰ ਮੈਂ ਬਿਲਕੁਲ ਠੀਕ ਹਾਂ।
ਮੈਨੂੰ ਪ੍ਰਭੂ ਨੇ ਪ੍ਰਸ਼ਾਦ ਦਿੱਤਾ ਹੈ ਆਪਣੀ ਯਾਦ ਦਾ, ਯਾਦ ਬਣੀ ਰਹਿੰਦੀ ਹੈ। ਮੇਰੀ ਝੋਲੀ ਉਸਨੇ ਭਰ ਦਿੱਤੀ ਹੈ। ਬੜੀ ਮਸਤੀ ਹੈ, ਸਵਾਦ ਹੈ, ਆਨੰਦ ਹੈ, ਮੌਜ ਹੈ, ਆਤਮ ਰਸ ਹੈ। ਪਰਮਾਤਮਾ ਇੱਕ ਐਸਾ ਆਨੰਦ ਹੈ ਜਦ ਇੱਕ ਵਾਰ ਆ ਜਾਵੇ ਤਾਂ ਫਿਰ ਜਾਂਦਾ ਨਹੀਂ। ਮੈਂ ਜੋ ਛਕਣਾ ਸੀ ਛਕ ਲਿਆ, मैं उसके घर जावांगा। जमाने को देख लिया, अब उसको देखेंगे। इस तरह उस पति परमेश्वर नाल इकमिक हो जाण दे इशारे करदे अते आखदे कि सारी उम्र विच भी ਇਹ ਹੋ ਜਾਵੇ ਤਾਂ ਸੌਦਾ ਸਸਤਾ ਹੈ। ਸਰੀਰਕ ਅੰਤਿਮ ਦਿਨ ਮਿਤੀ 18/11/2017 ਨੂੰ ਨਵੰਬਰ 18/2017 ਨੂੰ ਬਾਬਾ ਜੀ ਘਰ ਵਿੱਚ ਗਿਰ ਗਏ, ਜਿਸ ਕਾਰਨ ਮੋਢੇ ਦੇ ਪਿਛਲੇ ਪਾਸੇ ਸੱਟ ਲੱਗ ਗਈ। ਸੱਟ ਵਾਲੀ ਜਗ੍ਹਾ ਦਰਦ ਹੋ ਰਿਹਾ ਸੀ। ਬਾਬਾ ਜੀ ਨੇ BP ਚੈੱਕ ਕਰਨ ਲਈ ਆਖਿਆ। BP ਕਾਫੀ ਘਟ ਚੁੱਕਾ ਸੀ, ਜਿਸ ਕਾਰਨ ਸਰੀਰ ਕਾਫੀ ਨਿਢਾਲ ਹੋ ਗਿਆ ਸੀ। ਪ੍ਰਸ਼ਾਦਾ ਪਾਣੀ ਛਕਣਾ ਬਿਲਕੁਲ ਨਾ ਦੇ ਬਰਾਬਰ ਹੋ ਗਿਆ। ਕੁਦਰਤ ਨਾਲ ਪ੍ਰੇਮ ਰੱਖਦੇ ਹੋਣ ਕਰਕੇ ਦਿਨ ਵਿੱਚ ਬਾਹਰ ਖੁੱਲ੍ਹੇ ਵਾਤਾਵਰਨ ਵਿੱਚ ਲਿਜਾਣ ਲਈ ਆਖਦੇ। ਜਦੋਂ ਬਾਬਾ ਜੀ ਨੂੰ ਉਹਨਾਂ ਦੀ ਸਿਹਤ ਬਾਰੇ ਪੁੱਛਿਆ ਜਾਂਦਾ ਤਾਂ ਹਮੇਸ਼ਾ ਦੀ ਤਰ੍ਹਾਂ ਆਖਦੇ, ਮੇਰਾ ਸਰੀਰ ਠੀਕ ਨਹੀਂ ਪਰ ਮੈਂ ਬਿਲਕੁਲ ਠੀਕ ਹਾਂ ਅਤੇ ਸਰੀਰ ਜਾਣ ਵਾਲਾ ਹੈ, ਇਸ ਦੇ ਆਖਰੀ ਦਿਨ ਹਨ। ਇਹਨਾਂ ਦਿਨਾਂ ਵਿੱਚ ਬਿਮਾਰ ਹੋਣ ਦੇ ਬਾਵਜੂਦ ਵੀ ਰਾਤ ਨੂੰ 12 ਵਜੇ ਉੱਠਦੇ ਅਤੇ ਫਿਰ ਦੂਸਰੀ ਵਾਰ 3 ਵਜੇ ਉੱਠਦੇ ਅਤੇ ਜੇ ਕੋਈ ਕੋਲ ਵੀ ਹੁੰਦਾ ਉਸਨੂੰ ਆਖਦੇ ਕਿ ਮੇਰੇ ਦੋਵੇਂ ਹੱਥ ਆਪਸ ਵਿੱਚ ਮਿਲਾ ਦਿਓ। ਕਮਜ਼ੋਰ ਹੋਣ ਕਰਕੇ ਆਪ ਹੱਥ ਦੋਨੋਂ ਇਕੱਠੇ ਨਹੀਂ ਕਰ ਸਕਦੇ ਸੀ। ਇਹਨਾਂ ਦਿਨਾਂ ਵਿੱਚ ਵੀ ਸੰਗਤ ਨੂੰ ਅਸੀਸਾਂ ਦਿੰਦੇ ਹੋਏ ਆਖਦੇ ਕਿ ਸਭ ਦਾ ਭਲਾ ਹੋਵੇ, ਸਭ ਦਾ ਭਲਾ ਹੋਵੇ। ਗੁਰਮੇਲ ਸਿੰਘ ਵੱਲੋਂ ਬੇਨਤੀ ਕੀਤੀ ਗਈ ਕਿ ਮਹਾਰਾਜ ਸਾਨੂੰ ਅਜੇ ਆਪ ਜੀ ਦੀ ਲੋੜ ਹੈ, ਤਾਂ ਇਸ 'ਤੇ ਬਾਬਾ ਜੀ ਨੇ ਬਚਨ ਕੀਤੇ ਕਿ ਮੈਂ ਕਿਤੇ ਜਾ ਥੋੜ੍ਹਾ ਹੀ ਰਿਹਾ, ਇੱਥੇ ਹੀ ਹੋਵਾਂਗਾ ਤੁਹਾਡੇ ਅੱਗੇ ਪਿੱਛੇ ਇਸ ਕੁਦਰਤ ਵਿੱਚ ਅਦ੍ਰਿਸ਼ਟ। ਸ਼ਬਦ ਮਰੈ ਸੋਈ ਜਨ ਪੂਰਾ। ਇਸ ਤੋਂ ਬਾਅਦ ਵੀ ਆਖਿਆ ਕਿ ਹੁਣ ਮੈਂ ਸਰੀਰ ਵਿੱਚ ਆਵਾਂਗਾ ਵੀ ਨਹੀਂ ਅਤੇ ਇੱਥੋਂ ਜਾਵਾਂਗਾ ਵੀ ਨਹੀਂ ਕਿਤੇ। ਬਾਬਾ ਜੀ ਨੇ ਪਰਿਵਾਰ ਵਾਲਿਆਂ ਨੂੰ ਆਖਿਆ ਕਿ ਮੈਨੂੰ ਇਸ਼ਨਾਨ ਕਰਕੇ ਮੇਰੇ ਕੱਪੜੇ ਪਾ ਦਿਓ। ਉਸ ਦਿਨ ਬਾਬਾ ਜੀ ਨੂੰ ਇਸ਼ਨਾਨ ਕਰਕੇ ਕੱਪੜੇ ਪਹਿਨਾ ਦਿੱਤੇ। ਇਸ ਉਪਰੰਤ ਬਾਬਾ ਜੀ ਆਖਣ ਲੱਗੇ ਕਿ ਮੈਨੂੰ ਜਾਣ ਤੋਂ ਬਾਅਦ ਇਸ਼ਨਾਨ ਕਰਾਉਣ ਦੀ ਲੋੜ ਨਹੀਂ। ਮਿਤੀ ਨਵੰਬਰ 27, 2017 ਸ਼ਾਮ ਨੂੰ ਸਾਰਾ ਪਰਿਵਾਰ ਅਤੇ ਸੰਗਤ ਬਾਬਾ ਜੀ ਦੇ ਕੋਲ ਬੈਠੇ ਸਨ ਤਾਂ ਬਾਬਾ ਜੀ ਨੇ ਆਖਿਆ ਕਿ ਸਭਾ ਬਰਖਾਸਤ ਕਰੋ। ਇਸ ਤੋਂ ਬਾਅਦ ਅਗਲੇ ਦਿਨ ਨਵੰਬਰ 28, 2017 ਤੱਕ ਕੁਝ ਵੀ ਨਾ ਬੋਲੇ, ਬਿਲਕੁਲ ਚੁੱਪ ਰਹੇ। ਸਵੇਰੇ ਨਵੰਬਰ 28, 2017 ਵਜੇ 11:28 ਵਜੇ ਪੰਜ ਭੂਤਕ ਸਰੀਰ ਤਿਆਗ ਕੇ ਸਦਾ ਵਾਸਤੇ ਪਰਮਾਤਮਾ ਵਿੱਚ ਲੀਨ ਹੋ ਗਏ। ਜਨਮ ਮਰਨ ਦੁਹੂ ਮੈਂ ਨਾਹੀਂ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਜਨਮ ਮਰਨ ਦੋਹੂ ਮਹਿ ਨਾਹੀਂ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ।